अस्सलामुअलैकुम वरहमतुल्लाहि वबरकातुहू। सब दोस्तों ਨੂੰ अस्सलामुअलैकुम। दोस्त की हाल चाल है ਤੁਹਾਡਾ ਸਭ ਦਾ ठीक ठाक हो और अल्लाह ताला ਤੁਹਾਡੀ आसानियां पैदा करे और तुसी अगे दुनिया भी आसानियां पैदा करो जी तैयब साहब। अस्सलाम वालेकुम रहमतुल्लाहि व बरकातुहू। उम्मीद है कि सब दोस्त अल्लाह ताला दा फजल करम नाल ठीक होणगे और साडी वीडियो देख रहे होणगे। जी 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 ਅਸੀਂ ਅੱਜ ਤੁਹਾਡੇ ਕੋਲੋਂ ਸਵਾਲ ਕਰਨੇ ਨੇ ਕੁਝ जी मैरिज से ना ਮੈਰਿਜ ਦੇ। डाइवोर्स तो मैरिज ਹਾਂਜੀ, जी ਅਸੀਂ ਤੁਹਾਨੂੰ ਪੁੱਛਣਾ ਸੀ ਕਿ ਜਿਹੜੇ ਦੋਸਤ ਸਾਡੇ ਜਿਹੜੇ ਪਾਕਿਸਤਾਨ ਜਾਂ ਇੰਡੀਆ ਤੋਂ ਇੱਥੇ ਆਉਂਦੇ ਨੇ ਸ਼ਾਦੀ ਬੇਸ ਤੇ जी जी ਤੇ ਉਹ ਕੁਝ ਅਰਸਾ ਤੇ ਕੁਝ ਦੋਸਤਾਂ ਦੀ ਚੱਲਦੀ ਹੈ ਯਾਨੀ ਕਿ मैरिज ਮੈਰਿਜ ਚੱਲਦੀ ਹੈ, जी ਠੀਕ ਹੈ, जी ਔਰ ਬਾਅਦ ਚੋਂ ਕੁਝ ਮਸਲੇ ਮਸਾਇਲ ਹੋ ਜਾਂਦੇ ਨੇ ਔਰ ਅਲੱਗਾ ਹੋ ਜਾਂਦੇ ਨੇ। जी जी ਉਹਦੇ ਤੋਂ ਕੋਈ ਰੋਸ਼ਨੀ ਪਾਓ ਵੀ ਉਹ ਦੱਸੋ ਇੱਥੇ ਉਹ ਕਿਸ ਤਰ੍ਹਾਂ ਫਿਰ ਅਸਾਈਲਮ ਕਰਦੇ ਨੇ, ਦੁਬਾਰਾ ਉਹਨਾਂ ਨੂੰ ਕਰਨਾ ਪੈਂਦਾ ਵਾ ਵਾਈਟ ਅਗਰ ਉਹਨਾਂ ਨੇ ਰਹਿਣਾ ਇੱਥੇ ਤੇ ਉਹਨਾਂ ਨੂੰ ਅਸਾਈਲਮ ਕਰਨਾ ਪੈਂਦਾ ਵਾ ਜਾਂ ਉਹਨਾਂ ਨੂੰ ਫਿਰ ਪਾਕਿਸਤਾਨ ਆਇਆ ਜਾਣਾ ਪੈਂਦਾ ਜਾਂ ਵੀਜ਼ਾ ਮਿਲਦਾ ਉਹਨਾਂ ਨੂੰ। ਜੀ ਮੇਰੇ ਦੋਸਤੋ ਦੇ ਵਿੱਚ ਇੰਜ ਹੁੰਦਾ ਕਿ ਜਿਹੜੇ ਸਾਡੇ ਭੈਣ ਭਾਈ ਪਾਕਿਸਤਾਨ ਤੋਂ ਦੋਸਤ ਸ਼ਾਦੀ ਕਰਕੇ ਆਉਂਦੇ ਨੇ ਤੇ ਇੱਥੇ ਆ ਕੇ ਉਹਨਾਂ ਦਾ ਕੋਈ ਮਸਲਾ ਖਰਾਬ ਹੋ ਜਾਂਦਾ ਹੈ, ਅੱਲਾਹ ਤਾਲਾ ਮਾफ़ करे, लेकिन अगर मसला खराब हो ਜਾਂਦਾ ਹੈ ਤੇ ਉਹ ਜਿਹੜਾ ਮੈਨੂੰ ਇਨਫੋਰਮੇਸ਼ਨ ਉਹਦੇ ਕਾਨੂੰਨ ਦੇ ਮੁਤਾਬਕ 3 ਸਾਲ ਉਹਨਾਂ ਦਾ ਇਕੱਠੇ ਰਹਿਣਾ ਲਾਜ਼ਮੀ ਹੈ। 3 ਸਾਲ ਅਗਰ ਇਕੱਠੇ ਰਹਿਣਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਵੀਜ਼ਾ ਮਿਲ ਜਾਏਗਾ, ਫਿਰ ਉਹਨਾਂ ਨੂੰ ਓਪਨ ਵੀਜ਼ਾ ਮਿਲਦਾ ਰਹੇਗਾ। ਔਰ ਅਗਰ 3 ਸਾਲ ਤੋਂ ਪਹਿਲੇ ਡਾਈਵੋਰਸ ਵਗੈਰਾ ਜਾਂ ਖੁੱਲਾ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਕਾਨੂੰਨ ਚੇਂਜ ਹੋ ਜਾਂਦਾ ਹੈ। ਉਹਦੇ ਵਿੱਚ ਫਿਰ ਇੰਝ ਹੁੰਦਾ ਕਿ 3 ਸਾਲ ਅਗਰ ਤੁਸੀਂ ਨਾਲ ਨਹੀਂ ਰਹੇ ਤਾਂ ਉਹਦੇ ਵਿੱਚ ਇੰਝ ਹੁੰਦਾ ਕਿ ਫਿਰ ਤੁਹਾਨੂੰ ਅਸਾਈਲਮ ਕਰਨਾ ਪਏਗਾ, ਤੁਹਾਡਾ ਵੀਜ਼ਾ ਖਤਮ ਹੋ ਜਾਏਗਾ ਔਰ ਤੁਹਾਨੂੰ ਅਸਾਈਲਮ ਕਰਨਾ ਪਏਗਾ। ਔਰ ਜਿਹੜਾ ਕਿ ਬੜਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਸ਼ਾਦੀ ਬੇਸ 'ਤੇ ਇੱਥੇ ਆਏ ਹੋ ਤੇ ਫਿਰ ਇਹਨਾਂ ਦੀ ਗੌਰਮੈਂਟ ਵੀ ਇਹੀ ਕਹਿੰਦੀ ਕਿ ਸ਼ਾਦੀ ਬੇਸ 'ਤੇ ਆਏ ਸੀ, ਤੁਹਾਡੀ ਸ਼ਾਦੀ ਚੂੰਕਿ ਖਤਮ ਹੋ ਗਈ ਹੈ, 3 ਸਾਲ ਦਾ ਕਾਨੂੰਨ ਉਹਨਾਂ ਤਾਂ ਹੀ ਰੱਖਿਆ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਵਾਪਸ ਜਾਣਾ ਪੈਂਦਾ ਅਤੇ ਫਿਰ ਲੇਕਿਨ ਕੁਛ ਦੋਸਤ ਬਲਕਿ ਤਕਰੀਬਨ ਲੋਕ ਅਸਾਈਲਮ ਕਰ ਲੈਂਦੇ ਨੇ। ਫਿਰ ਉਹ ਅਸਾਈਲਮ ਚੱਲਦਾ ਤਾਂ ਹੈ ਲੇਕਿਨ ਜਿਹੜਾ ਬੜਾ ਕਮਜ਼ੋਰ ਜਿਹਾ ਅਸਾਈਲਮ ਹੁੰਦਾ ਹੈ। ਨਹੀਂ, ਸਾਨੂੰ ਇਹ ਦੱਸੋ ਕਿ ਉਹਨਾਂ ਨੂੰ ਵਾਪਸ ਨਹੀਂ ਜਾਣਾ ਪੈਂਦਾ ਜਾਂ ਕੋਈ ਇੱਕ ਗੌਰਮੈਂਟ ਇੱਥੇ ਦੀ ਕੋਈ ਤੰਗ ਤਾਂ ਨਹੀਂ ਕਰਦੀ ਕਿ ਨਹੀਂ ਤੁਸੀਂ ਸ਼ਾਦੀ ਬੇਸ 'ਤੇ ਆਏ, ਸ਼ਾਦੀ ਨਹੀਂ ਚੱਲੀ ਤੁਹਾਡੀ, ਇਸ ਵਜ੍ਹਾ ਤੁਹਾਨੂੰ ਮਸਟ ਪਾਕਿਸਤਾਨ ਜਾਣਾ ਪਿਆ। ਨਾਰਮਲ ਕਾਨੂੰਨ ਦੇ ਤੌਰ 'ਤੇ ਇਹ ਹੀ ਹੈ ਕਿ ਉਹਨਾਂ ਨੇ ਵਾਪਸ ਜਾਣਾ ਹੈ। ਅਗਰ ਸ਼ਾਦੀ 3 ਸਾਲ ਤੋਂ ਪਹਿਲੇ ਖਤਮ ਹੋਈ ਹੈ ਤਾਂ ਕਾਨੂੰਨੀ ਤੌਰ 'ਤੇ ਉਹਨਾਂ ਨੇ ਵਾਪਸ ਜਾਣਾ ਹੈ। ਲੇਕਿਨ ਚੂੰਕਿ ਲੋਕ ਇੱਧਰ ਖੁੱਲ੍ਹਾ ਜਾਂ ਤਲਾਕ ਹੁੰਦੀ ਹੈ, ਉੱਧਰ ਆਪਣਾ ਅਸਾਈਲਮ ਅਪਲਾਈ ਕਰਦੇ ਨੇ, ਫਿਰ ਅਸਾਈਲਮ ਚੱਲਦਾ ਹੈ ਅਤੇ ਫਿਰ ਅਸਾਈਲਮ ਚੱਲਦਾ ਰਹਿੰਦਾ ਹੈ ਲੱਕ ਇੱਕ ਦਾ ਪਾਸ ਹੋ ਜਾਵੇ। ਤੁਸੀਂ ਸਾਨੂੰ ਦੱਸੋ ਕਿ ਉਹ ਅਸਾਈਲਮ ਕਿਸ ਬੇਸ ਤੇ ਮਤਲਬ ਕਿ ਹੋ ਜਾਂਦਾ ਹੈ, ਕਿਉਂਕਿ ਜ਼ਾਹਿਰੀ ਗੱਲ ਹੈ ਉਹ ਲੀਗਲ ਆਏ ਨੇ ਇੱਥੇ, ਹਰ ਸਾਰੇ ਡਾਕੂਮੈਂਟ ਵਗੈਰਾ ਜਿਹੜਾ ਮੇਰੇ ਸਾਰਾ ਇੱਥੇ ਨਾ ਜੀ ਜੀ ਲੀਗਲ ਤਰੀਕੇ ਨਾਲ ਆਏ ਨੇ ਕਿ ਸ਼ਾਦੀ ਬੇਸ ਤੇ ਆਏ ਨੇ ਤੇ ਬਾਅਦ ਚੋਂ ਕਿਸ ਬੇਸ ਤੇ ਉਹ ਕਰਦੇ ਨੇ। ਜਿਹੜਾ ਮੇਰੇ ਜਿਹੜਾ ਇਲਮ 'ਚ ਜਾਂ ਜੋ ਮੈਂ ਜਾਣਦਾ ਵਾ ਉਹਦਾ ਤਰੀਕਾ ਇਹ ਵੇ ਕਿ ਜਿਹੜੇ ਪਾਕਿਸਤਾਨ ਤੋਂ ਲੜਕੇ ਆਉਂਦੇ ਨੇ ਜਾਂ ਇੰਡੀਆ ਤੋਂ ਉਹਨਾਂ ਦੀ ਸ਼ਾਦੀ ਖਤਮ ਹੀ ਹੁੰਦੀ ਹੈ ਔਰ ਉਹਨਾਂ ਨੇ ਅਸਾਈਲਮ ਅਪਲਾਈ ਕਰਨਾ ਹੈ। ਉਹ ਅਸਾਈਲਮ ਦੀ ਇੱਕ ਹੀ ਕਾਨੂੰਨ ਬਣਾਉਂਦੇ ਨੇ ਕਿ ਚੂੰਕਿ ਸਾਡਾ ਆਪਸ 'ਚ ਇਖਤਲਾਫ ਹੋ ਗਿਆ, ਅਗਰ ਹੁਣ ਮੈਂ ਵਾਪਸ ਪਾਕਿਸਤਾਨ ਗਈ ਜਾਂ ਗਿਆ ਅਤੇ ਮੈਨੂੰ ਮਰਵਾ ਦੇਗਾ, ਮੇਰੀ ਜਾਨ ਨੂੰ ਖਤਰਾ ਹੈ। ਔਰ ਇੱਥੇ ਰਹਿ ਕੇ ਉਹ ਕਾਨੂੰਨ ਬਣਾ ਲੈਂਦੇ ਨੇ ਕਿ ਬਈ ਮੇਰੀ ਜਾਨ ਨੂੰ ਖਤਰਾ ਹੈ ਕਿਉਂਕਿ ਸਾਡਾ ਚੂੰਕਿ ਇਖਤਲਾਫ ਹੋ ਚੁੱਕਿਆ ਹੈ ਅਤੇ ਮੈਨੂੰ ਇਹਨੇ ਮਾਰਨ ਦੀ ਧਮਕੀ ਦਿੱਤੀ ਹੈ, ਇਹਨੇ ਕਿਹਾ ਕਿ ਤੂੰ ਪਾਕਿਸਤਾਨ ਜਾਏਂਗੀ ਜਾਂ ਜਾਏਂਗਾ ਅਤੇ ਤੈਨੂੰ ਮੈਂ ਨੁਕਸਾਨ ਪਹੁੰਚਾਵਾਂਗਾ। ਅਤੇ ਇਹਦੀ ਬੇਸ 'ਤੇ ਅਸਾਈਲਮ ਕਰਦੇ ਨੇ ਜਿਹੜੇ ਅੱਜ ਤੱਕ ਮੈਂ ਸੁਣੇ ਨੇ ਕਿ ਚੂੰਕਿ ਮੈਂ ਹੁਣ ਪਾਕਿਸਤਾਨ ਜਾਣਾ ਮੇਰਾ ਨਾਮੁਮਕਿਨ ਹੈ ਕਿ ਮੇਰਾ ਇਖਤਲਾਫ ਹੋ ਗਿਆ ਔਰ ਅਗਰ ਮੈਂ ਪਾਕਿਸਤਾਨ ਗਿਆ ਅਤੇ ਜਾਂ ਗਈ ਇਹ ਮੈਨੂੰ ਮਰਵਾ ਦੇਗਾ ਔਰ ਮੇਰੀ ਜਾਨ ਨੂੰ ਖਤਰਾ ਹੈ। ਇਸ ਬੇਸ 'ਤੇ ਦੋਸਤਾਂ ਦਾ ਅਸਾਈਲਮ ਸ਼ੁਰੂ ਹੁੰਦਾ ਹੈ। ਠੀਕ ਹੋ ਗਿਆ। ਤੇ ਅੱਛਾ, ਕੁਛ ਸਾਨੂੰ ਸੁਣਨ ਦੇ ਵਿੱਚ ਇਹ ਆਇਆ ਵਾ ਕਿ ਜਿਸ ਤਰ੍ਹਾਂ ਲੜਕਾ ਜਾਂ ਲੜਕੀ ਉੱਥੋਂ ਆਉਂਦੇ ਨੇ ਤੇ ਉਹਨਾਂ ਦੇ ਪਾਸਪੋਰਟ ਹੁੰਦੇ ਨੇ ਉਹਨਾਂ ਦੇ ਕੋਲ ਅਕਸਰ, ਯਾਨੀ ਕਿ ਅਗਰ ਫਰਜ਼ ਕਰੋ ਇੱਥੇ ਲੜਕੀ ਹੈ ਜਾਂ ਲੜਕਾ ਵੇ ਇੱਥੇ ਉਹ ਲੜਕੀ ਪਾਕਿਸਤਾਨ ਨੂੰ ਆਈ ਹੈ ਤੇ ਉਹਦੇ ਪਾਸਪੋਰਟ ਵਗੈਰਾ ਉਹ ਰੱਖ ਲੈਂਦੇ ਨੇ, ਮੀਆਂ ਜਿਹੜਾ ਉਹਨੇ ਰੱਖ ਲਿਆ ਉਹਦਾ, ਤੇ ਉਹਨੂੰ ਆਇਆ ਉਹ ਮਤਲਬ ਕਿ ਕੀ ਵਾਪਸ ਭੇਜ ਸਕਦਾ ਉਹਦੇ ਤੇ ਜਾਂ ਵੀਜ਼ਾ ਕੈਂਸਲ ਕਰਵਾ ਸਕਦਾ ਉਹਦਾ? ਨਹੀਂ ਇੰਝ ਨਹੀਂ, ਉਹ ਤੇ ਜ਼ਾਹਿਰ ਗੱਲ ਇਖਤਲਾਫ ਸ਼ੁਰੂ ਹੁੰਦਾ ਫਿਰ ਉਹ ਜਿਸ ਤਰ੍ਹਾਂ ਵੀ ਅੱਗੇ ਚੱਲਦਾ ਹੈ ਨਾਰਮਲ ਕਾਨੂੰਨੀ ਤੌਰ 'ਤੇ ਉਹ ਨਾ ਉਹਦਾ ਪਾਸਪੋਰਟ ਰੱਖ ਸਕਦਾ ਨਾ ਉਹਦਾ ID ਰੱਖ ਸਕਦਾ ਹੈ। ਲੇਕਿਨ ਇਹ ਸਾਰੇ ਕੰਮ ਹੁੰਦੇ ਨੇ ਗਲਤ ਤਰੀਕੇ ਨਾਲ। ਇਹਦੀ ਗੱਲ ਉਹਦਾ ਚੋਰੀ ਪਾਸਪੋਰਟ ਰੱਖ ਲਏਗਾ ਜਾਂ ਜ਼ਾਇਆ ਕਰ ਦੇਗਾ ਜਾਂ ID ਜ਼ਾਇਆ ਕਰ ਦੇਗਾ, ਲੇਕਿਨ ਅਸਾਈਲਮ ਉਹਦਾ ਤਾਂ ਵੀ ਹੋ ਜਾਏਗਾ, ਉਹਦਾ ਡੇਟਾ ਸਾਰਾ ਗੌਰਮੈਂਟ ਜਰਮਨ ਕੋਲ ਹੋਏਗਾ ਔਰ ਉਹਦਾ ਅਸਾਈਲਮ ਤਾਂ ਵੀ ਅਪਲਾਈ ਹੋ ਜਾਏਗਾ ਕਿਉਂਕਿ ਉਹਨਾਂ ਕੋਲ ਸਾਰੀ ਚੀਜ਼ ਹੈ। ਉਹਦੇ ਪਾਸਪੋਰਟ ਦੀਆਂ ਫੋਟੋ ਵਗੈਰਾ ਜਿੱਥੋਂ ਵੀਜ਼ਾ ਲਈਦਾ ਮਿਨਿਸਟਰੀ ਦੇ ਵਿੱਚੋਂ ਉਹਦੇ 'ਚ ਲੱਗੀਆਂ ਨੇ, ਹਰ ਕੰਮ ਲੱਗਾ ਹੈ। ਉਹ ਅਗਰ ਉਹਦਾ ਪਾਸਪੋਰਟ ਜਾਂ ID ਕਾਰਡ ਜ਼ਾਇਆ ਕਰ ਵੀ ਦੇਗਾ ਤੇ ਐਸਾ ਕੁਛ ਡਰ ਨਹੀਂ ਹੈ ਕਿ ਉਹਦਾ ਅਸਾਈਲਮ ਨਹੀਂ ਹੋ ਸਕਦਾ। ਉਹਦਾ ਅਸਾਈਲਮ ਹੋ ਸਕਦਾ ਔਰ ਨਾਰਮਲ ਜਿਵੇਂ ਲੀਗਲ ਤਰੀਕੇ ਨਾਲ ਹੁੰਦਾ ਉਂਝ ਹੀ ਹੋਏਗਾ, ਚਾਹੇ ਉਹ ਪਾਸਪੋਰਟ ਜ਼ਾਇਆ ਕਰ ਦੇਵੇ ਚਾਹੇ ID ਜ਼ਾਇਆ ਕਰ ਦੇਵੇ। ਲੇਕਿਨ ਅਸਾਈਲਮ ਦੀ ਬੇਸ ਤਕਰੀਬਨ ਇੱਕ ਹੋਏਗੀ ਕਿ ਸਾਡਾ ਇਖਤਲਾਫ ਹੋ ਚੁੱਕਿਆ ਹੈ ਅਤੇ ਮੇਰੀ ਜਾਨ ਨੂੰ ਖਤਰਾ ਹੈ ਕਿ ਅਗਰ ਮੈਂ ਪਾਕਿਸਤਾਨ ਗਿਆ ਜਾਂ ਗਈ ਅਤੇ ਇਹਦੇ ਸੋਰਸਿਸ ਨੇ ਅਤੇ ਮੈਨੂੰ ਮਰਵਾ ਦੇਗਾ ਬਸ।
ਸਾਡੇ ਦੋਸਤਾਂ ਨੂੰ ਇਹ ਦੱਸੋ ਕਿ ਕਿੰਨਾ ਟਾਈਮ ਲੱਗਦਾ ਇੱਥੇ ਡਾਈਵੋਰਸ ਹੋਣ ਦੇ ਵਿੱਚ, ਲੜਕੀ ਔਰ ਲੜਕੇ ਤੇ, ਯਾਨੀ ਕਿ ਅਗਰ ਨਹੀਂ ਉਹਨਾਂ ਦੀ ਆਪਸ ਦੇ ਵਿੱਚ ਬਣੀ। ਜੀ ਤੇਬ ਸਾਹਿਬ, ਉਹਦੇ ਵਿੱਚ ਇੰਜ ਕਿ ਲੜਕੀ ਔਰ ਲੜਕੇ ਦੀ ਅਗਰ ਖੁਲਾ ਜਾਂ ਤਲਾਕ ਹੈ ਜਾਂ ਜਰਮਨ ਕਾਗਜ਼ਾਂ 'ਚ ਇੱਕੋ ਹੀ ਚੀਜ਼ ਹੈ ਤਲਾਕ ਡਾਈਵੋਰਸ, ਉਹ ਅਦਾਲਤ 'ਚ ਜਾਏਗਾ, ਅਦਾਲਤ ਵਾਲੇ ਜਿਹੜਾ ਉਹ ਫੈਸਲਾ ਕਰਨਗੇ। ਅਗਰ ਤੇ ਲੜਕਾ ਜਾਂ ਲੜਕੀ ਐਗਰੀ ਨੇ ਤਾਂ ਤਕਰੀਬਨ 1 ਸਾਲ ਦੇ ਅੰਦਰ ਵੀ ਉਸਦਾ ਜਾਂ 1.25 ਸਾਲ 1.5 ਸਾਲ 'ਚ। ਅਗਰ ਦੋਨਾਂ ਫਰੀਕਾਂ ਦੇ ਵਿੱਚੋਂ ਇੱਕ ਫਰੀਕ ਘੱਟ ਜਾਂਦਾ ਹੈ ਕਿ ਮੈਂ ਤਲਾਕ ਨਹੀਂ ਦੇਣੀ, ਅਦਾਲਤ ਜਾ ਕੇ ਇੱਕ ਬਿਆਨ ਦੇ ਦਿੰਦਾ ਹੈ ਕਿ ਇਹ ਮੇਰੇ ਨਾਲ ਰਹਿਣਾ ਚਾਹੁੰਦੇ ਲੇਕਿਨ ਮੈਂ ਇਹਦੇ ਨਾਲ ਰਹਿਣਾ ਚਾਹੁੰਦਾ ਵਾਂ, ਤੇ ਉਹ ਇੱਥੇ ਥੋੜਾ ਸਿਸਟਮ ਖਰਾਬ ਹੋ ਜਾਂਦਾ ਹੈ। ਫਿਰ ਇੱਥੇ 3 ਸਾਲ ਲੱਗ ਜਾਂਦੇ ਨੇ। ਅੱਛਾ। ਫਿਰ 3 ਸਾਲ ਬਾਅਦ ਉਹ ਤਲਾਕ ਗੌਰਮੈਂਟ ਤੌਰ ਤੇ ਹੋਏਗੀ, ਤੇ 3 ਸਾਲ ਉਹ ਦੋਵਾਂ ਜੱਜ ਵੀ ਵਕੀਲ ਵੀ ਹੋਣਗੇ, ਉਹ ਆਪਸ ਕੇਸ ਵੀ ਲੜਨਗੇ, ਅਦਾਲਤ ਵਿੱਚ ਜਿਹੜੀਆਂ ਅਪਾਇੰਟਮੈਂਟ ਵੀ ਆਉਣਗੀਆਂ, ਤਾਰੀਖਾਂ ਪੈਣਗੀਆਂ, ਤੇ ਲੇਕਿਨ 3 ਸਾਲ ਲੱਗ ਜਾਣਗੇ। ਲੇਕਿਨ ਅਗਰ ਦੋਵੇਂ ਐਗਰੀ ਨੇ ਛੱਡਣ ਦੇ ਉੱਤੇ ਕਿ ਠੀਕ ਹੈ ਵੀ ਮੈਂ ਤੇਰੇ ਨਾਲ ਵੀ ਰਿਹਾ ਸੀ, ਤੂੰ ਮੇਰੇ ਨਾਲ ਵੀ ਰਿਹਾ ਸੀ, ਤੇ ਫਿਰ 6 ਮਹੀਨੇ ਸਾਲ 'ਚ ਵੀ ਉਸ ਹੋ ਜਾਂਦਾ। ਯਾਨੀ ਕਿ ਜੇਕਰ ਦੋਵਾਂ ਦੇ ਵਿੱਚ ਇੱਕ ਐਗਰੀ ਨਹੀਂ ਹੈ ਤੇ ਫਿਰ ਕੰਮ ਲਮਕ ਜਾਏਗਾ, ਤੇ ਫਿਰ 3 ਸਾਲ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਯਾ ਬਿਲਕੁਲ। ਫਿਰ 3 ਸਾਲ ਤੋਂ 3 ਸਾਲ ਮਿਨੀਮਮ 3 ਸਾਲ ਲੱਗਣਗੇ, 3 ਸਾਲ, 3.25 ਸਾਲ, 3.5, ਲੇਕਿਨ 3 ਸਾਲ 'ਚ ਖਤਮ ਹੋ ਜਾਏਗਾ। ਔਰ ਦੋਸਤਾਂ ਮੈਂ ਦੁਬਾਰਾ ਕਹਾਂ ਕਿ ਜਿਹੜਾ ਪਾਕਿਸਤਾਨ ਜਾਂ ਇੰਡੀਆ ਤੋਂ ਆਉਂਦੇ ਨੇ, ਉਹਨਾਂ ਦਾ 3 ਸਾਲ ਇੱਥੇ ਜਰਮਨੀ ਦੇ ਵਿੱਚ ਆ ਕੇ ਨਾਲ ਇੱਕ ਘਰ ਦੇ ਵਿੱਚ ਰਹਿਣਾ। ਇੱਕ ਘਰ ਦੇ ਵਿੱਚ ਤੁਸੀਂ ਹਾਊਸ ਐਗਰੀਮੈਂਟ ਦੇ ਉੱਤੇ ਉਸ ਘਰ 'ਚ ਰਹੇ ਹੋਵੋ ਇਹਨਾਂ ਦੇ ਪੇਪਰਾਂ ਦੇ ਵਿੱਚ। ਇਹ ਨਹੀਂ ਕਿ ਤੁਸੀਂ ਆ ਕੇ ਵੈਸੇ ਰਹੇ ਹੋ ਜਾਂ ਜਦੋਂ ਤੁਹਾਨੂੰ ਪਾਕਿਸਤਾਨ ਜਾਂ ਇੰਡੀਆ ਤੋਂ ਵੀਜ਼ਾ ਮਿਲਿਆ ਉਹਦਾ ਟਾਈਮ ਅਕਾਊਂਟ ਹੋਏਗਾ। ਜਿੱਦਣ ਜਰਮਨੀ 'ਚ ਆ ਕੇ ਤੁਸੀਂ ਪਹਿਲੇ ਦਿਨ ਆਪਣੀ ਰਜਿਸਟ੍ਰੇਸ਼ਨ ਕਰਾਉਣ ਗਏ ਹੋ, ਉਸ ਦਿਨ ਤੋਂ ਅਕਾਊਂਟ ਹੋਏਗਾ। ਔਰ 3 ਸਾਲ 'ਚ ਇੱਕ ਦਿਨ ਵੀ ਘੱਟ ਨਹੀਂ ਹੋਣਾ ਚਾਹੀਦਾ, 3 ਸਾਲ ਪੂਰੇ ਹੋਣੇ ਚਾਹੀਦੇ ਨੇ। ਤੇ ਫਿਰ ਤੁਹਾਨੂੰ ਉਹਨੂੰ ਕਹਿੰਦੇ ਨੇ ਕਿ ਇੱਥੇ ਰਾਈਟਸ ਮਿਲਣਗੇ। ਅਗਰ ਨਹੀਂ ਤੇ ਫਿਰ ਤੁਹਾਨੂੰ ਅਸਾਈਲਮ ਕਰਨਾ ਪਏਗਾ, ਜਿਹਦਾ ਪ੍ਰੋਸੀਜਰ ਬੜਾ ਲੰਬਾ ਹੋ ਜਾਂਦਾ। ਠੀਕ ਹੈ, ਤੁਸੀਂ ਸਾਨੂੰ ਇਹ ਦੱਸੋ ਕਿ ਜਦੋਂ ਪਾਕਿਸਤਾਨ ਜਾਂ ਇੰਡੀਆ ਤੋਂ ਕੋਈ ਸ਼ਾਦੀ ਬੇਸ ਤੇ ਕੋਈ ਆਂਦਾ ਲੜਕਾ ਜਾਂ ਲੜਕੀ, ਤੇ ਉਹਨੂੰ ਕਿੰਨੇ ਸਾਲ ਦਾ ਵੀਜ਼ਾ ਮਿਲਦਾ ਆਂਦਿਆਂ? ਪਹਿਲੇ ਸਾਲ ਦਾ ਮਿਲੇਗਾ, ਔਰ ਉਹਦੇ ਵਿੱਚ ਉਹਨੂੰ ਕੋਰਸ ਵੀ ਕਰਨਾ ਪਏਗਾ। ਪਾਕਿਸਤਾਨ ਜਾਂ ਇੰਡੀਆ ਤੋਂ ਕਰਕੇ ਆਉਂਦੇ ਨੇ ਆਇਨਸ, ਫਿਰ ਬੇਆਇਨਸ ਕਰਨਾ, ਫਿਰ ਬੇਸਵਾਈ ਕਰਨਾ ਹੈ। ਇੱਥੇ ਨਾਲ ਲਾਜ਼ਮਨ ਕਰਤਾ ਕਿ ਚਾਹੇ ਸ਼ਾਦੀ ਹੋ ਕੇ ਆਏ ਜਾਂ ਵੈਸੇ ਜੋ ਵੀ ਹੈ, ਸ਼ਾਦੀ ਦਾ ਚਲੋ ਅਸੀਂ ਲੈ ਰਹੇ ਹਾਂ ਇਸ ਟਾਈਮ ਟੌਪਿਕ, ਕਿ ਉਹਦਾ ਨਾਲ ਸਰਟੀਫਿਕੇਟ ਲੱਗੇਗਾ ਲੈਂਗੁਏਜ ਸਰਟੀਫਿਕੇਟ ਦਾ, ਤੇ ਉਸ ਤੋਂ ਬਾਅਦ ਵੀਜ਼ਾ ਲੈਣ ਲੱਗੇ ਉਹਨੂੰ ਮਿਲੇਗਾ। ਅਗਰ ਉਹ ਸਰਟੀਫਿਕੇਟ ਨਹੀਂ ਕਰਦਾ ਤੇ ਉਹਨੂੰ ਸਾਲ ਦਾ ਹੀ ਮਿਲੇਗਾ। ਅਗਰ ਉਹ ਲੈਂਗੁਏਜ ਕਲੀਅਰ ਕਰ ਲੈਂਦਾ ਹੈ ਫਿਰ ਪਹਿਲਾ ਸਾਲ ਦਾ, ਫਿਰ 3 ਸਾਲ ਦਾ ਵੀ ਹੋ ਸਕਦਾ ਹੈ। ਅਗਰ ਉਹਦੀ ਵਾਈਫ ਕੋਲ ਨੈਸ਼ਨੈਲਿਟੀ, ਫਿਰ ਅੱਗੋਂ ਡਿਪੈਂਡ ਕਰਦਾ ਕਿ ਉਹਦੀ ਜਿਹੜਾ ਸਾਥੀ ਹੈ ਉਹਦੇ ਕੋਲ ਕੀ ਹੈ, ਉਹਦੇ ਕੋਲ ਪਾਕਿਸਤਾਨੀ ਪਾਸਪੋਰਟ ਤੇ ਵੀਜ਼ਾ ਹੈ, ਇੰਡੀਅਨ ਪਾਸਪੋਰਟ ਤੇ ਵੀਜ਼ਾ ਹੈ, ਜਾਂ ਉਹਦੇ ਕੋਲ ਨੈਸ਼ਨੈਲਿਟੀ ਹੈ। ਨੈਸ਼ਨੈਲਿਟੀ ਦੇ ਰੂਲ ਹੋਰ ਨੇ, ਤੇ ਜਿਹਦੇ ਕੋਲ ਆਪਣੇ ਕੋਲ ਵੀਜ਼ਾ ਹੈ ਜਿੰਨੀ ਦੇਰ ਦਾ 3 ਸਾਲ ਦਾ 5 ਸਾਲ ਦਾ, ਉਹਦੇ ਰੂਲਸ ਹੋਰ ਨੇ। ਇਹ ਇੱਕ ਜ਼ਿਆਦਾ ਡਿਬੇਟ ਹੈ ਔਰ ਇੱਕ ਜ਼ਿਆਦਾ ਹੈ, ਲੇਕਿਨ ਆਮ ਪਹਿਲੇ ਸਾਲ ਦਾ ਮਿਲਦਾ, ਫਿਰ 2 ਸਾਲ ਦਾ, ਤੇ ਫਿਰ 3 ਸਾਲ ਦਾ, ਫਿਰ 5 ਸਾਲ ਦਾ, ਫਿਰ ਨੈਸ਼ਨੈਲਿਟੀ, ਫਿਰ ਇੰਜ ਮਸਲਾ ਪ੍ਰੋਸੀਜਰ ਹੁੰਦਾ। ਲੇਕਿਨ ਮਿਲ ਜਾਂਦਾ ਵੀਜ਼ਾ ਔਰ ਈਜ਼ੀਲੀ ਮਿਲਦਾ। ਤੇ ਜਿਹੜੇ ਯਾਨੀ ਜਿਨ੍ਹਾਂ ਦੇ ਕੋਲ ਨੈਸ਼ਨੈਲਿਟੀ ਹੈ, ਜਿਵੇਂ ਫਰਜ਼ ਕਰੋ ਲੜਕਾ ਹੈ ਜਾਂ ਲੜਕੀ, ਜੀ ਠੀਕ ਹੈ, ਜਿਹੜਾ ਇੱਥੇ ਲੜਕੀ ਜਾਂ ਲੜਕਾ ਵੇ ਜਿਹਨੇ ਅਪਲਾਈ ਕੀਤਾ ਹੈ ਜੀ ਪਾਕਿਸਤਾਨ ਜਾਂ ਇੰਡੀਆ ਤੋਂ ਜਿਹਨੇ ਆਉਣਾ ਵੇ, ਜੇ ਇੱਥੇ ਵਾਲੇ ਦੇ ਕੋਲ ਨੈਸ਼ਨੈਲਿਟੀ ਹੈ ਤੇ ਪਹਿਲਾ ਵੀਜ਼ਾ ਉਹਨੂੰ ਫਿਰ ਵੀ ਸਾਲ ਦਾ ਹੀ ਮਿਲੇਗਾ ਜਿਹੜਾ ਪਾਕਿਸਤਾਨ ਤੋਂ ਆਏਗਾ? ਹਾਂਜੀ, ਤਾਂ ਵੀ ਪਹਿਲਾ ਸਾਲ ਦਾ ਮਿਲੇਗਾ, ਔਰ ਉਸ ਤੋਂ ਬਾਅਦ ਫਿਰ 3 ਸਾਲ ਦਾ ਵੀ ਮਿਲ ਸਕਦਾ ਹੈ। ਤੇ ਜੇ ਉਹ 1 ਸਾਲ ਅੰਦਰ ਜ਼ੁਬਾਨ ਸਿੱਖ ਕੇ ਕੰਮ ਸ਼ੁਰੂ ਕਰਤਾ ਉਹਨੇ ਫੁੱਲ ਸੈਟ, ਕੋਈ ਹੈਲਪ ਨਹੀਂ ਲੈ ਰਿਹਾ, ਤੇ ਉਹਨੂੰ 3 ਸਾਲ ਦਾ ਮਿਲੇਗਾ, 5 ਸਾਲ ਦਾ ਵੀ ਮਿਲਣ ਦੇ ਚਾਂਸ ਨੇ। ਔਰ 3 ਸਾਲ ਬਾਅਦ ਉਹ ਅਗਰ ਕੰਮ ਰੈਗੂਲਰ ਕਰ ਰਿਹਾ, ਕੋਈ ਹੈਲਪ ਨਹੀਂ ਲੈ ਰਿਹਾ, ਤੇ ਫਿਰ ਉਮਰੇ ਫਿਸ ਲੈਣ ਦੇ ਵੀ ਚਾਂਸ ਨੇ, ਫਾਰ ਐਵਰ ਜਿਹਨੂੰ ਕਹਿੰਦੇ ਨੇ। ਔਰ ਜਿਨ੍ਹਾਂ ਦੇ ਕੋਲ ਇੱਥੇ ਪਾਕਿਸਤਾਨੀ ਪਾਸਪੋਰਟ ਹੈ, ਅਗਰ ਉਹ ਅਪਲਾਈ ਕਰਦੇ ਨੇ ਤੇ ਮਸਲਨ ਯਾਨੀ ਕਿ ਫਰਜ਼ ਕਰੋ ਇੱਥੇ ਕੋਈ ਕਿਸੇ ਨੇ ਸ਼ਾਦੀ ਕੀਤੀ ਹੈ ਪਾਕਿਸਤਾਨ, ਉਹਦੇ ਕੋਲ ਇੱਥੇ ਪਾਕਿਸਤਾਨੀ ਪਾਸਪੋਰਟ ਹੈ, ਯਾਨੀ ਕਿ ਉਹਨੂੰ ਕੰਮ ਦੇ ਬੇਸ ਤੇ ਫਰਜ਼ ਕਰੋ ਕਿ ਉਹਦੇ ਕੋਲ ਹੈ ਨੇ, ਜਾਂ ਉਹਦੇ ਕਿਸੇ ਮਾਂ-ਬਾਪ ਦਾ ਕੇਸ ਪਾਸ ਹੋਇਆ ਤੇ ਉਹ ਇੱਥੇ ਆ ਗਏ ਨੇ, ਤੇ ਇੱਥੇ ਆ ਕੇ ਫਿਰ ਉਹਨਾਂ ਨੇ ਪਾਕਿਸਤਾਨ ਯਾਨੀ ਸ਼ਾਦੀ ਵਗੈਰਾ ਕੀਤੀ ਤੇ ਉੱਥੋਂ ਬੁਲਾਇਆ, ਤੇ ਉਹਦੇ ਵਾਸਤੇ ਕੀ ਹੈ ਜਿਹੜਾ ਪਾਕਿਸਤਾਨ ਨੂੰ ਆਏਗਾ ਉਹਨੂੰ ਪਹਿਲਾ ਸਾਲ ਦਾ ਮਿਲੇਗਾ ਵੀਜ਼ਾ? ਹਾਂਜੀ, ਪਹਿਲੇ ਸਾਲ ਦਾ ਮਿਲੇਗਾ। ਫਿਰ ਉਹਦੇ ਵਾਸਤੇ ਕੀ ਹੈ? ਉਹ ਜ਼ਬਾਨ ਤੇ ਕੰਮ ਜ਼ਬਾਨ और वर्क करना लाजमी करता है। ਜ਼ਬਾਨ ਤੇ वर्क होएगा तो कुछ साल तो 2 साल का मिलेगा, 3 साल का 5 साल का। अगर ਜ਼ਬਾਨ ਤੇ आ गई है, काम नहीं लभ रहा, बंदा कोई बहाना कर रहा है, मैं नहीं मिल रहा और हेल्प लैके ले रहा है, फिर उन्हें साल का ही मिलता जाएगा। बल्कि फिर कई मैं ऐसे वाकई में सुने कई दोस्तों बाद 6 महीने का करता है कि 6 महीना वीज़ा देना, कहते काम लभ दोबारा तो फिर तेन वीज़ा देंगे। और एक होर चीज़ ये जिस तरह तुसीं यानी पहले तुसीं दस्सिया सानू कि जिहड़े ਇੱਥੇ ਲੋਕ ਆਉਂਦੇ ਨੇ ਪਾਕਿਸਤਾਨ ਤੋਂ, ਮਸਟ ਉਹਨਾਂ ਵਾਸਤੇ 3 ਸਾਲ ਆਪਸ ਦੇ ਵਿੱਚ ਰਹਿਣਾ, ਇਕੱਠੇ ਰਹਿਣਾ ਲਾਜ਼ਮੀ ਜ਼ਰੂਰੀ ਉਹਨਾਂ ਵਾਸਤੇ। ਤੇ ਉਹ ਜਿਸ ਤਰ੍ਹਾਂ ਯਾਨੀ 3 ਸਾਲ ਅਗਰ ਇਕੱਠੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਉਹ ਅਲੱਗ ਹੁੰਦੇ ਨੇ, ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੀਜ਼ਾ ਮਿਲ ਜਾਵੇਗਾ। ਜੀ ਉਹਨਾਂ ਅਗਰ 3 ਸਾਲ ਪੂਰੇ ਹੋ ਚੁੱਕੇ ਨੇ
ਤੇ ਉਸ ਤੋਂ ਬਾਅਦ ਲੜਕੀਆਂ ਨੂੰ ਰੈਗੂਲਰ ਵੀਜ਼ਾ ਮਿਲਣਾ ਸ਼ੁਰੂ ਹੋਏਗਾ। ਲੇਕਿਨ ਉਹ 'ਚ ਇਹ ਵੀ ਇੱਕ ਕੰਮ ਲਾਜ਼ਮੀ ਤਕਰੀਬਨ ਹੋ ਜਾਏਗਾ, ਲੇਕਿਨ ਚਲੋ ਹੈਲਪ ਹੋਏਗੀ ਤਾਂ ਵੀ ਮਿਲ ਜਾਏਗਾ, ਲੇਕਿਨ ਉਹ ਕੰਮ ਕਰਦਾ ਜਾਏ ਤੇ ਵੀਜ਼ਾ ਮਿਲਦਾ ਜਾਏਗਾ ਉਹਨੂੰ। ਉਹ 3 ਸਾਲ ਤੋਂ ਬਾਅਦ ਉਹਨੂੰ ਓਪਨਲੀ ਵੀਜ਼ਾ ਮਿਲਦਾ, ਆਪਣੀ ਬੇਸ ਤੇ ਮਿਲੇਗਾ ਉਹਨੂੰ ਵੀਜ਼ਾ। ਅੱਛਾ, ਯਾਨੀ ਕਿ ਉਹਦੇ ਕੰਮ ਦੀ ਬੇਸ ਕੰਮ ਕਰੀ ਜਾਏ ਤੇ ਉਹ ਆਪਣਾ ਵੀਜ਼ਾ ਲੈ ਜਾਏ, ਲੇਕਿਨ ਉਹ 'ਚ ਅਸਾਈਲਮ ਨਹੀਂ ਕਰਨਾ ਪਏਗਾ, ਡਾਇਰੈਕਟ ਉਹਦਾ ਵੀਜ਼ਾ ਹੀ ਅੱਗੇ ਚੱਲੇਗਾ। ਅੱਛਾ, ਠੀਕ ਹੋ ਗਿਆ ਜੀ ਚਲੋ ਠੀਕ ਹੈ। ਬਸ ਫਿਲਹਾਲ ਤੇ ਇੰਨਾ ਕੁਛ ਮੇਨ ਇਨਫੋਰਮੇਸ਼ਨ, ਬਾਕੀ ਡਿਟੇਲ ਚਾਹੋ ਤੇ ਬਹੁਤ ਲੰਬੇ ਸਵਾਲ ਜਵਾਬ ਹੁੰਦੇ ਨੇ। ਦੋਸਤਾਂ को जा चाहते हैं तो दोस्तों अस्सलाम वालेकुम, खुदा हाफिज। ओके जी, अल्लाह हाफिज।